ਡੀਅਰ ਸਟੂਡੈਂਟਸ, ਵਿਸ਼ਵ ਦੀ ਰਾਜਨੀਤਿਕ ਸਥਿਤੀ 1945 ਤੋਂ ਲੈ ਕੇ 1990 ਤੱਕ ਦੋ ਧਰੂਵੀ ਵਿਸ਼ਵ ਵਾਲੀ ਬਣੀ ਰਹੀ ਹੈ। ਭਾਵ ਦੋ ਪਾਵਰ ਸੈਂਟਰ ਰਹੇ ਹਨ ਵਿਸ਼ਵ ਦੇ ਵਿੱਚ, ਸੋਵੀਅਤ ਸੰਘ ਅਤੇ ਅਮਰੀਕਾ। 1991 ਦੇ ਵਿੱਚ ਜਦੋਂ ਸੋਵੀਅਤ ਸੰਘ ਟੁੱਟ ਗਿਆ ਤਾਂ ਦੁਨੀਆ ਦੀ ਇੱਕੋ ਇੱਕ ਸੁਪਰ ਪਾਵਰ ਰਹਿ ਗਈ USA। ਇਸ ਲਈ 1991 ਤੋਂ ਲੈ ਕੇ ਹੁਣ ਤੱਕ ਦੇ ਸਮੇਂ ਨੂੰ ਅਸੀਂ ਇੱਕ ਧਰੂਵੀ ਵਿਵਸਥਾ ਦਾ ਸਮਾਂ ਮੰਨਦੇ ਹਾਂ। ਇਸ ਕੁਐਸਚਨ ਦੇ ਵਿੱਚ ਅਸੀਂ ਇੱਕ ਧਰੂਵੀ ਵਿਸ਼ਵ ਵਿਵਸਥਾ ਬਾਰੇ ਅਧਿਐਨ ਕਰਾਂਗੇ। ਇੱਕ ਧਰੂਵੀ ਵਿਸ਼ਵ ਵਿਵਸਥਾ ਦਾ ਅਰਥ ਹੈ ਉਹ ਅੰਤਰਰਾਸ਼ਟਰੀ ਸੰਬੰਧਾਂ ਦੀ ਅਵਸਥਾ ਜਦੋਂ ਕੋਈ ਇੱਕ ਬਹੁਤ ਸ਼ਕਤੀਸ਼ਾਲੀ ਰਾਜ ਵਿਸ਼ਵ ਰਾਜਨੀਤੀ ਦਾ ਸੰਚਾਲਨ ਕਰ ਰਿਹਾ ਹੋਵੇ। ਪ੍ਰੋਫੈਸਰ ਵਿਲੀਅਮ ਸੀ ਵਲਫਰ ਦੇ ਵਿਚਾਰ ਅਨੁਸਾਰ ਅੰਤਰਰਾਸ਼ਟਰੀ ਪ੍ਰਣਾਲੀ ਉਦੋਂ ਇੱਕ ਧਰੂਵੀ ਬਣਦੀ ਹੈ ਜਦੋਂ ਕੋਈ ਰਾਜ ਇੰਨੀ ਸਮਰੱਥਾ ਰੱਖਦਾ ਹੈ ਕਿ ਇਹ ਉਸ ਨੂੰ ਪ੍ਰਣਾਲੀ ਦੇ ਹੋਰ ਸਾਰੇ ਰਾਜਾਂ ਦੀ ਤੁਲਨਾ ਵਿੱਚ ਸਪਸ਼ਟ ਰੂਪ ਦੇ ਵਿੱਚ ਇੱਕ ਵੱਖਰੇ ਵਰਗ ਵਿੱਚ ਰੱਖਦੀ ਹੈ। ਅੱਜ ਅਸੀਂ ਕਹਿੰਦੇ ਹਾਂ ਕਿ ਅਮਰੀਕਾ ਦੁਨੀਆ ਦੀ ਸੁਪਰ ਪਾਵਰ ਹੈ, ਇਸ ਲਈ ਵਿਸ਼ਵ ਹੈ ਜਿਹੜਾ ਇੱਕ ਧਰੂਵੀ ਹੈ। ਜਿਵੇਂ ਪ੍ਰੋਫੈਸਰ ਵਿਲੀਅਮ ਸੀ ਵਲਫਰ ਨੇ ਕਿਹਾ ਹੈ ਕਿ ਉਹ ਸਿਸਟਮ ਜਦੋਂ ਇੱਕ ਰਾਜ ਸਪਸ਼ਟ ਰੂਪ ਦੇ ਵਿੱਚ ਦੂਸਰੇ ਰਾਜਾਂ ਤੋਂ ਵੱਖਰਾ ਦਿਖਾਈ ਦਿੰਦਾ ਹੋਵੇ। ਅਮਰੀਕਾ ਅੱਜ ਸਪਸ਼ਟ ਰੂਪ ਦੇ ਵਿੱਚ ਦੂਸਰੇ ਰਾਜਾਂ ਤੋਂ ਵੱਖਰਾ ਦਿਖਾਈ ਦੇ ਰਿਹਾ ਹੈ। ਅੱਜ ਚਾਹੇ ਅਸੀਂ ਕਿਸੇ ਇੰਟਰਨੈਸ਼ਨਲ ਰਿਲੇਸ਼ਨ ਦੇ ਐਕਸਪਰਟ ਨਾਲ ਇਹ ਗੱਲ ਕਰੀਏ, ਚਾਹੇ ਕਿਸੇ ਆਮ ਵਿਅਕਤੀ ਨਾਲ, ਚਾਹੇ ਕਿਸੇ ਅਨਪੜ੍ਹ ਵਿਅਕਤੀ ਨਾਲ, ਕਿ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਕਿਹੜਾ ਹੈ, ਤਾਂ ਉਸ ਦਾ ਆਨਸਰ ਇੱਕੋ ਹੋਵੇਗਾ, ਸੰਯੁਕਤ ਰਾਜ ਅਮਰੀਕਾ। ਇਸ ਤਰ੍ਹਾਂ ਸੰਯੁਕਤ ਰਾਜ ਅਮਰੀਕਾ ਉਹ ਸ਼ਰਤਾਂ ਪੂਰੀਆਂ ਕਰਦਾ ਹੈ ਜਿਹੜੀਆਂ ਪ੍ਰੋਫੈਸਰ ਵਿਲੀਅਮ ਸੀ ਵਲਫਰ ਨੇ ਦੱਸੀਆਂ ਹਨ ਇੱਕ ਧਰੂਵੀ ਵਿਸ਼ਵ ਵਿਵਸਥਾ ਬਣਨ ਲਈ। ਇਸ ਤਰ੍ਹਾਂ ਇਸ ਪਰਿਭਾਸ਼ਾ ਹੈ ਜਿਹੜੀ ਪ੍ਰੋਫੈਸਰ ਵਿਲੀਅਮ ਸੀ ਵਲਫਰ ਦੀ, ਉਸ ਤੋਂ ਵੀ ਸਪਸ਼ਟ ਹੈ ਕਿ ਇੱਕ ਧਰੂਵੀ ਵਿਸ਼ਵ ਵਿਵਸਥਾ ਉਸ ਵਿਵਸਥਾ ਨੂੰ ਕਿਹਾ ਜਾਂਦਾ ਹੈ ਜਦੋਂ ਕੋਈ ਇੱਕ ਰਾਜ ਦੂਸਰੇ ਰਾਜਾਂ ਦੇ ਮੁਕਾਬਲੇ ਸਪਸ਼ਟ ਰੂਪ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀਸ਼ਾਲੀ, ਬਹੁਤ ਅਧਿਕ ਸ਼ਕਤੀਸ਼ਾਲੀ ਹੋਵੇ ਅਤੇ ਦੂਸਰੇ ਰਾਜ ਵਿਅਕਤੀਗਤ ਤੌਰ ਤੇ ਜਾਂ ਸਮੂਹਿਕ ਤੌਰ ਤੇ ਉਸ ਦਾ ਸਾਹਮਣਾ ਕਰਨ ਦੀ ਸਥਿਤੀ ਵਿੱਚ ਨਾ ਹੋਣ, ਉਸ ਦੀ ਪੋਜੀਸ਼ਨ ਨੂੰ ਚੈਲੰਜ ਕਰਨ ਦੀ ਸਥਿਤੀ ਵਿੱਚ ਨਾ ਹੋਣ। ਇੱਕ ਧਰੂਵੀ ਵਿਵਸਥਾ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਸਾਨੂੰ ਪ੍ਰੋਫੈਸਰ ਵਿਲੀਅਮ ਸੀ ਵਲਫਰ ਨੇ ਦੱਸੀਆਂ ਹਨ, ਉਹ ਸਾਰੀਆਂ ਸਾਨੂੰ ਮੌਜੂਦਾ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਵਿਖਾਈ ਦੇ ਰਹੀਆਂ ਹਨ। ਜਰਮਨ ਦਾ ਏਕੀਕਰਨ ਹੋ ਗਿਆ ਹੈ, ਪੂਰਬੀ ਯੂਰਪ ਦੇ ਰਾਜ ਸਾਮਵਾਦ ਤੋਂ ਵੀ ਸੁਤੰਤਰ ਹੋ ਗਏ ਹਨ ਅਤੇ ਸੋਵੀਅਤ ਸੰਘ ਤੋਂ ਬਾਹਰ ਚਲੇ ਗਏ ਹਨ ਅਤੇ ਸੋਵੀਅਤ ਸੰਘ ਪੂਰੀ ਤਰ੍ਹਾਂ ਟੁੱਟ ਗਿਆ ਹੈ। ਇਸ ਨਾਲ ਵਿਸ਼ਵ ਵਿਵਸਥਾ ਦੋ ਧਰੂਵੀ ਤੋਂ ਬਦਲ ਕੇ ਇੱਕ ਧਰੂਵੀ ਵਿਸ਼ਵ ਵਿਵਸਥਾ ਬਣ ਗਈ ਹੈ, ਕਿਉਂਕਿ ਅਮਰੀਕਾ ਨੂੰ ਟੱਕਰ ਦੇਣ ਵਾਲਾ ਸੋਵੀਅਤ ਸੰਘ ਸੀ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਸੋਵੀਅਤ ਗੁੱਟ ਹੈ ਜਿਹੜਾ ਇੱਕ ਗਰੁੱਪ ਸੀ ਜਿਹੜਾ ਕਮਿਊਨਿਸਟ ਕੰਟਰੀਜ਼ ਦਾ, ਉਹ ਵੀ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ। ਵਿਸ਼ਵ ਦੀ ਸਭ ਤੋਂ ਵੱਡੀ ਸ਼ਕਤੀ ਦੇ ਰੂਪ ਦੇ ਵਿੱਚ USA ਨੇ ਆਪਣੇ ਆਪ ਨੂੰ ਪਿਛਲੇ 30 ਸਾਲਾਂ ਦੌਰਾਨ ਪੂਰੀ ਤਰ੍ਹਾਂ ਸਥਾਪਿਤ ਕਰ ਲਿਆ ਹੈ। ਇਹ ਅੰਕੜੇ ਦੱਸਦੇ ਹਨ ਕਿ ਪੂਰੇ ਵਿਸ਼ਵ ਦੇ ਵਿੱਚ ਜਿੰਨਾ ਸੈਨਿਕ ਖਰਚ ਹੁੰਦਾ ਹੈ ਉਸ ਦਾ ਲਗਭਗ ਅੱਧ ਤਾਂ ਇਕੱਲਾ USA ਕਰਦਾ ਹੈ। ਇਹ ਜਿਹੜੀ ਜਾਣਕਾਰੀ ਹੈ ਸਾਨੂੰ ਇਹ ਸਿਪਰੀ ਦੀਆਂ ਰਿਪੋਰਟਾਂ, ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਜਿਹੜਾ ਕਿ ਸੈਨਾਵਾਂ ਨਾਲ ਸੰਬੰਧਿਤ ਜਾਣਕਾਰੀ ਦਾ ਸਭ ਤੋਂ ਭਰੋਸੇਯੋਗ ਸਰੋਤ ਹੈ, ਉਸ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਆਧਾਰ ਤੇ ਅਸੀਂ ਕਹਿੰਦੇ ਹਾਂ ਕਿ ਵਿਸ਼ਵ ਦੇ ਸੈਨਿਕ ਖਰਚ ਦਾ ਲਗਭਗ ਅੱਧ ਹੈ ਜਿਹੜਾ ਉਹ USA ਇਕੱਲਾ ਕਰ ਰਿਹਾ ਹੈ। USA ਕੋਲ ਜੋ ਨੇਵੀ ਹੈ ਸਭ ਤੋਂ ਉੱਚਤਮ, ਸਭ ਤੋਂ ਉੱਚ ਕੋਟੀ ਦੀ ਤਕਨੀਕ ਨਾਲ ਲੈਸ ਹੈ। ਇਹ ਵੀ ਸਿਪਰੀ ਦੀ ਰਿਪੋਰਟ ਹੈ। ਅਤੇ USA ਦਾ ਜਿਹੜਾ ਸਭ ਤੋਂ ਨੇੜੇ ਦਾ ਕੰਪੀਟੀਟਰ ਰਾਜ ਕਿਹਾ ਜਾ ਸਕਦਾ ਹੈ, ਜਿਹੜਾ ਨੇੜੇ ਲੱਗਿਆ ਹੋਇਆ ਹੈ USA ਦੇ ਕੰਪੀਟੀਸ਼ਨ ਦੇ ਵਿੱਚ, ਉਹ ਚੀਨ ਮੰਨਿਆ ਜਾਂਦਾ ਹੈ। ਪਰੰਤੂ ਜੇ ਸੈਨਿਕ ਖਰਚ ਦੇਖਿਆ ਜਾਵੇ ਤਾਂ ਜਿੰਨਾ ਸੈਨਿਕ ਖਰਚ ਚੀਨ ਕਰਦਾ ਹੈ ਉਸ ਦਾ 80% ਦੇ ਲਗਭਗ ਤਾਂ USA ਇਕੱਲਾ ਰਿਸਰਚ ਐਂਡ ਡਿਵੈਲਪਮੈਂਟ ਤੇ ਹੀ ਕਰ ਦਿੰਦਾ ਹੈ, ਡਿਫੈਂਸ ਨਾਲ ਸੰਬੰਧਿਤ। ਇਸ ਤਰ੍ਹਾਂ ਜਿਹੜਾ ਸਭ ਤੋਂ ਨਜ਼ਦੀਕੀ ਰਾਜ ਹੈ ਕੰਪੀਟੀਸ਼ਨ ਦੇ ਵਿੱਚ ਚੀਨ, ਉਸ ਨਾਲੋਂ ਵੀ USA ਦਾ ਸੈਨਿਕ ਖਰਚ ਦੇ ਖੇਤਰ ਦੇ ਵਿੱਚ ਇਨਵੈਸਟਮੈਂਟ ਬਹੁਤ ਜ਼ਿਆਦਾ ਹੈ। ਕੋਈ ਹੋਰ ਰਾਜ ਸਰਬਪੱਖੀ ਵਿਕਾਸ ਦੇ ਪੈਮਾਨੇ ਅਨੁਸਾਰ ਵੀ USA ਦੇ ਨੇੜੇ ਤੇੜੇ ਨਹੀਂ ਹੈ। ਆਰਥਿਕ ਵਿਕਾਸ ਦੇ ਵਿੱਚ, ਮਨੁੱਖੀ ਵਿਕਾਸ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਨੇੜੇ ਤੇੜੇ ਨਹੀਂ ਹੈ। ਇਸ ਲਈ ਬਿਨਾਂ ਕਿਸੇ ਸ਼ੱਕ ਦੇ ਮੌਜੂਦਾ ਵਿਵਸਥਾ ਇੱਕ ਧਰੂਵੀ ਵਿਸ਼ਵ ਵਿਵਸਥਾ ਹੈ। ਚਾਹੇ ਅਸੀਂ ਆਰਥਿਕ ਪੱਖ ਤੋਂ ਵੇਖੀਏ, ਭਾਵੇਂ ਅਸੀਂ ਸੈਨਿਕ ਪੱਖ ਤੋਂ ਵੇਖੀਏ, ਅਮਰੀਕਾ ਦਾ ਕੱਦ ਬਾਕੀ ਰਾਜਾਂ ਦੇ ਮੁਕਾਬਲੇ ਦੋਨੇ ਖੇਤਰਾਂ ਦੇ ਵਿੱਚ ਬਹੁਤ ਵੱਡਾ ਹੈ। ਪੂਰੇ ਵਰਲਡ ਦੀ ਜੋ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ ਉਸ ਦਾ ਲਗਭਗ 1/4 ਹਿੱਸਾ ਇਕੱਲਾ ਅਮਰੀਕਾ ਪ੍ਰੋਡਿਊਸ ਕਰਦਾ ਹੈ। 24.42% ਜੋ ਵਰਲਡ ਦੀ GDP ਹੈ ਉਹ ਅਮਰੀਕਾ ਦੇ ਵਿੱਚ ਪ੍ਰੋਡਿਊਸ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਸੈਨਿਕ ਖਰਚ ਹੈ ਉਹ ਜਿਹੜਾ ਅਮਰੀਕਾ ਦਾ ਸਭ ਤੋਂ ਵੱਡਾ ਕੰਪੀਟੀਟਰ ਹੈ ਚੀਨ, ਉਸ ਨੇ 2018 ਦੇ ਵਿੱਚ $250 ਬਿਲੀਅਨ ਖਰਚ ਕੀਤਾ ਸੈਨਿਕ ਉਦੇਸ਼ਾਂ ਲਈ ਅਤੇ USA ਨੇ 650 ਦੇ ਕਰੀਬ US ਬਿਲੀਅਨ ਡਾਲਰ ਖਰਚ ਕੀਤਾ। ਇਸ ਤਰ੍ਹਾਂ ਜਿਹੜੇ ਬਾਕੀ ਰਾਜ ਨੇ ਉਹਨਾਂ ਦੇ ਮੁਕਾਬਲੇ
ਸੈਨਿਕ ਖੇਤਰ ਦੇ ਵਿੱਚ ਵੀ, ਸੈਨਿਕ ਇਨਵੈਸਟਮੈਂਟ ਦੇ ਖੇਤਰ ਦੇ ਵਿੱਚ ਵੀ ਤੇ ਸਧਾਰਨ ਆਰਥਿਕਤਾ ਦੇ ਖੇਤਰ ਦੇ ਵਿੱਚ ਵੀ USA ਦੀ ਪੋਜੀਸ਼ਨ ਹੈ ਜਿਹੜੀ ਬਹੁਤ ਸਟਰੋਂਗ ਹੈ। ਆਓ ਹੁਣ ਅਸੀਂ ਚਰਚਾ ਕਰਦੇ ਹਾਂ ਕਿ ਮੌਜੂਦਾ ਇੱਕ ਧਰੂਵੀ ਵਿਸ਼ਵ ਵਿਵਸਥਾ ਦੀਆਂ ਕਿਹੜੀਆਂ-ਕਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਹਨ। ਪਹਿਲੀ ਵਿਸ਼ੇਸ਼ਤਾ ਕਹੀ ਜਾ ਸਕਦੀ ਹੈ ਕਿ ਅਮਰੀਕਾ ਇੱਕੋ ਇੱਕ ਮਹਾਸ਼ਕਤੀ ਦੇ ਤੌਰ ਤੇ ਸਥਾਪਿਤ ਕਰਨ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋਇਆ ਹੈ। ਕਿਸੇ ਵੀ ਖੇਤਰ ਦੇ ਵਿੱਚ ਸਰਵਪੱਖੀ ਸਮਰੱਥਾ, ਸ਼ਕਤੀ, ਪ੍ਰਭਾਵ ਕਿਸੇ ਵੀ ਮਾਮਲੇ ਦੇ ਵਿੱਚ ਦੂਜੇ ਰਾਜ ਅਮਰੀਕਾ ਤੋਂ ਬਹੁਤ ਪਿੱਛੇ ਹਨ। ਭਾਵੇਂ ਕੁਝ ਲੋਕ ਅਮਰੀਕਾ ਦੇ ਵਿਰੋਧੀ ਹੋਣ ਕਾਰਨ ਜਾਂ ਆਪਣੀ ਤੰਗ ਦਿਲ ਦੇਸ਼ ਭਗਤੀ ਕਾਰਨ ਇਹ ਕਹਿੰਦੇ ਰਹਿੰਦੇ ਹਨ ਕਿ ਜਲਦੀ ਹੀ ਕਈ ਸੁਪਰ ਪਾਵਰਸ ਇਮਰਜ ਹੋ ਰਹੀਆਂ ਹਨ ਤੇ ਹੌਲੀ-ਹੌਲੀ ਬੜੀ ਜਲਦੀ ਹੀ ਵਿਸ਼ਵ ਹੈ ਜਿਹੜਾ ਇਹ ਮਲਟੀਪੋਲਰ ਵਰਲਡ ਬਣ ਜਾਵੇਗਾ, ਪਰੰਤੂ ਇਹ ਵਿਵਹਾਰਕ ਸੱਚਾਈ ਨਹੀਂ ਹੈ। ਅੰਤਰਰਾਸ਼ਟਰੀ ਰਾਜਨੀਤੀ ਦੇ ਪ੍ਰਸਿੱਧ ਮਾਹਿਰ ਪ੍ਰੋਫੈਸਰ ਕਰੌਥਹੈਮਰ ਦਾ ਵਿਚਾਰ ਹੈ ਕਿ 20ਵੀਂ ਸਦੀ ਦੇ ਆਖਰੀ ਦਹਾਕੇ ਵਿੱਚ USA ਦਾ ਸ਼ਕਤੀ ਦੇ ਮਾਮਲੇ ਵਿੱਚ ਦੂਸਰੇ ਰਾਜਾਂ ਨਾਲੋਂ ਜਿਹੜਾ ਅੰਤਰ ਸੀ ਉਹ ਹੋਰ ਵੀ ਵਧਿਆ ਹੈ। ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਵਿਸ਼ਵ ਆਪਣੇ ਆਪ ਨੂੰ ਇੱਕ ਧਰੂਵੀ ਤੋਂ ਬਹੁਤ ਧਰੂਵੀ ਦੇ ਰੂਪ ਦੇ ਵਿੱਚ ਬਦਲ ਰਿਹਾ ਹੈ, ਬਲਕਿ ਇੱਕ ਧਰੂਵੀਕਰਨ ਹੈ ਜਿਹੜਾ ਅਮਰੀਕਾ ਦਾ, ਜਿਹੜੀ ਅਮਰੀਕਾ ਦੀ ਸੁਪਰ ਪਾਵਰ ਦੀ ਜੋ ਸੀਟ ਹੈ ਉਹ ਹੋਰ ਪੱਕੀ ਹੋ ਰਹੀ ਹੈ। ਦੂਸਰੀ ਵਿਸ਼ੇਸ਼ਤਾ ਹੈ ਕਿ ਅਮਰੀਕਾ ਵਿਸ਼ਵ ਰਾਜਨੀਤੀ ਦਾ ਸੰਚਾਲਨ ਕਰ ਰਿਹਾ ਹੈ। ਵਿਸ਼ਵ ਦਾ ਕੋਈ ਵੀ ਖੇਤਰ ਇਸ ਤਰ੍ਹਾਂ ਦਾ ਨਹੀਂ ਹੈ ਜਿਹੜਾ ਅਮਰੀਕਾ ਦੇ ਪ੍ਰਭਾਵ ਤੋਂ ਮੁਕਤ ਹੋਵੇ। ਦੋ ਧਰੂਵੀ ਵਿਵਸਥਾ ਖਤਮ ਹੋਣ ਤੋਂ ਬਾਅਦ ਵਿਸ਼ਵ ਰਾਜਨੀਤੀ ਦੇ ਵਿੱਚ ਜਿੰਨੇ ਵੀ ਫੈਸਲਾਕੁੰਨ ਮੋੜ ਆਏ ਹਨ, ਹਰ ਮੌਕੇ ਤੇ ਅਮਰੀਕਾ ਦੁਆਰਾ ਅਗਵਾਈ ਪ੍ਰਦਾਨ ਕੀਤੀ ਗਈ ਹੈ ਅਤੇ ਵਿਸ਼ਵ ਉਸ ਅਗਵਾਈ ਦੇ ਅਨੁਸਾਰ ਹੀ ਚੱਲਿਆ ਹੈ। ਖਾੜੀ ਯੁੱਧ ਦੌਰਾਨ ਇਰਾਕ ਦੇ ਸ਼ਾਸਕ ਸਦਾਮ ਹੁਸੈਨ ਨੂੰ ਫਾਂਸੀ ਦੇਣ ਵਿੱਚ, ਅਫਗਾਨਿਸਤਾਨ ਦੇ ਯੁੱਧ ਦੇ ਵਿੱਚ, ਹਰ ਖੇਤਰ ਦੇ ਵਿੱਚ ਕੀ ਫੈਸਲਾ ਕੀਤਾ ਜਾਣਾ ਚਾਹੀਦਾ ਹੈ, ਕਿਸੇ ਵਿਸ਼ੇ ਤੇ ਕਿਸੇ ਮਸਲੇ ਦਾ ਹੱਲ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ, ਉਹ ਹੱਲ ਉਸੇ ਤਰ੍ਹਾਂ ਹੋਇਆ ਹੈ ਜਿਸ ਤਰ੍ਹਾਂ USA ਨੇ ਚਾਹਿਆ ਹੈ। ਤੀਸਰੀ ਵਿਸ਼ੇਸ਼ਤਾ ਹੈ ਇਸ ਸਮੇਂ ਦੀ ਨਾਟੋ ਕਾਇਮ ਹੈ। ਜੇ ਵੀ ਨਾਟੋ ਉਹ ਸੈਨਿਕ ਸੰਗਠਨ ਹੈ ਜਿਹੜਾ USA ਦਾ ਸਭ ਤੋਂ ਨਜ਼ਦੀਕੀ, ਸਭ ਤੋਂ ਭਰੋਸੇਯੋਗ ਸੈਨਿਕ ਸੰਗਠਨ ਹੈ। ਸਭ ਤੋਂ ਪਹਿਲਾਂ ਨਾਟੋ ਦਾ ਗਠਨ ਕੀਤਾ ਸੀ ਸੈਨਿਕ ਸੰਗਠਨ ਦੇ ਤੌਰ ਤੇ USA ਨੇ 1949 ਚ। ਹੁਣ ਜਦੋਂ ਸ਼ੀਤ ਯੁੱਧ ਸਮਾਪਤ ਹੋ ਗਿਆ ਹੈ, ਬਾਕੀ ਸਾਰੇ ਸੈਨਿਕ ਸੰਗਠਨ ਲਿਕੁਇਡੇਟ ਹੋ ਚੁੱਕੇ ਹਨ, ਪਰੰਤੂ ਨਾਟੋ ਅਜੇ ਵੀ ਕਾਇਮ ਹੈ ਅਤੇ ਅਜੇ ਵੀ ਇਸ ਦੇ ਜਿਹੜੇ 30 ਰਾਜ ਨੇ ਜਿਹੜੇ ਇਸ ਦੇ ਮੈਂਬਰ ਹਨ। ਇਸ ਸੰਗਠਨ ਦੀ ਕੇਵਲ ਹੋਂਦ ਕਾਇਮ ਨਹੀਂ ਹੈ, ਇਹ ਪੂਰੀ ਤਰ੍ਹਾਂ ਐਕਟਿਵ ਹੈ ਵਿਸ਼ਵ ਪੋਲਿਟਿਕਸ ਦੇ ਵਿੱਚ। ਅਮਰੀਕਾ ਨੂੰ ਜਿੱਥੇ ਵੀ ਕਿਤੇ ਜ਼ਰੂਰਤ ਪੈਂਦੀ ਹੈ ਆਪਣੇ ਸੈਨਿਕ ਉਦੇਸ਼ਾਂ ਦੀ ਪ੍ਰਾਪਤੀ ਲਈ, ਉੱਥੇ ਉਹ ਨਾਟੋ ਸੈਨਾਵਾਂ ਦਾ ਇਸਤੇਮਾਲ ਬੜੇ ਆਰਾਮ ਨਾਲ ਕਰਦਾ ਹੈ। 1992 ਦੇ ਵਿੱਚ ਬੋਸਨੀਆ ਸੰਬੰਧੀ UNO ਨੇ ਐਲਾਨ ਕੀਤਾ ਸੀ ਕਿ ਬੋਸਨੀਆ ਨੋ ਫਲਾਈ ਜ਼ੋਨ ਰਹੇਗਾ, ਪਰੰਤੂ ਉਸ ਫੈਸਲੇ ਨੂੰ ਯੂਨਾਈਟਿਡ ਨੇਸ਼ਨ ਦੇ ਝੰਡੇ ਥੱਲੇ ਨਹੀਂ, ਉਸ ਫੈਸਲੇ ਨੂੰ ਨਾਟੋ ਦੇ ਝੰਡੇ ਥੱਲੇ ਨਾਟੋ ਸੈਨਾਵਾਂ ਨੇ ਲਾਗੂ ਕਰਵਾਇਆ ਸੀ, ਇਨਫੋਰਸ ਕੀਤਾ ਸੀ। 1999 ਦੇ ਵਿੱਚ ਕੋਸੋਵੋ ਸੰਕਟ ਦੌਰਾਨ ਯੂਗੋਸਲਾਵੀਆ ਦੇ ਵਿੱਚ ਬੰਬਾਰੀ ਕੀਤੀ ਨਾਟੋ ਫੋਰਸਿਸ ਨੇ। 2003 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਸੈਨਿਕ ਕਾਰਵਾਈ ਕੀਤੀ, ਉਹ ਵੀ ਨਾਟੋ ਦੀ ਅਗਵਾਈ ਦੇ ਵਿੱਚ ਕੀਤੀ ਗਈ। 2003 ਦੇ ਵਿੱਚ ਇਰਾਕ ਦੇ ਵਿੱਚ ਸੈਨਿਕ ਕਾਰਵਾਈ ਕੀਤੀ, ਉਹ ਵੀ ਨਾਟੋ ਦੀਆਂ ਫੋਰਸਿਸ ਦੇ ਦੁਆਰਾ ਕੀਤੀ ਗਈ। 2009 ਦੇ ਵਿੱਚ ਅਦਨ ਦੀ ਖਾੜੀ ਦੇ ਵਿੱਚ ਸੋਮਾਲੀਅਨ ਪਾਇਰੇਟਸ ਦੇ ਵਿਰੁੱਧ ਜੰਗੀ ਬੇੜੇ ਭੇਜੇ ਤਾਂ ਕਿ ਅੰਤਰਰਾਸ਼ਟਰੀ ਵਪਾਰ ਸ਼ਾਂਤੀਪੂਰਵਕ ਚੱਲ ਸਕੇ, ਉਹ ਵੀ ਨਾਟੋ ਨੇ ਭੇਜੇ। ਇਸ ਤਰ੍ਹਾਂ ਨਾਟੋ ਨਾ ਸਿਰਫ ਕਾਇਮ ਹੈ ਬਲਕਿ ਪੂਰੇ ਵਿਸ਼ਵ ਦੇ ਵਿੱਚ ਇੱਕ ਸਭ ਤੋਂ ਵੱਡਾ, ਸਭ ਤੋਂ ਐਕਟਿਵ ਸੈਨਿਕ ਧੜਾ ਬਣਿਆ ਹੋਇਆ ਹੈ। ਇੱਕ ਧਰੂਵੀ ਵਿਸ਼ਵ ਵਿਵਸਥਾ ਨੇ ਸੰਯੁਕਤ ਰਾਸ਼ਟਰ ਦੀ ਕਾਰਜ ਪ੍ਰਣਾਲੀ ਤੇ ਵੀ ਪ੍ਰਭਾਵ ਪਾਏ ਹਨ। ਅਮਰੀਕਾ ਨੇ ਅਨੇਕਾਂ ਵਾਰੀ UNO ਦੀ ਕਾਰਜਸ਼ੀਲਤਾ ਨੂੰ ਪ੍ਰਭਾਵਿਤ ਕੀਤਾ ਹੈ ਤੇ ਅੱਜ ਸਥਿਤੀ ਇਹ ਲੱਗਦੀ ਹੈ ਕਿ ਸੰਯੁਕਤ ਰਾਸ਼ਟਰ ਦੇ ਵਿੱਚ ਕੋਈ ਵੀ ਰੈਜ਼ੋਲੂਸ਼ਨ ਅਮਰੀਕਾ ਦੀ ਇੱਛਾ ਦੇ ਵਿਰੁੱਧ ਪਾਸ ਨਹੀਂ ਹੋ ਸਕਦਾ। ਦੁਨੀਆ ਭਰ ਦੇ ਬਹੁਤ ਸਾਰੇ ਰਾਜਾਂ ਨੂੰ ਅਮਰੀਕਾ ਨੇ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਨਾਲ ਜੋੜਿਆ ਹੋਇਆ ਹੈ। ਇਸ ਲਈ ਅਮਰੀਕਾ ਜੋ ਵੀ ਸਟੈਪ ਚੁੱਕਦਾ ਹੈ ਯੂਨਾਈਟਿਡ ਨੇਸ਼ਨ ਦੇ ਵਿੱਚ, ਤਾਂ ਬਹੁਤੇ ਰਾਜ ਉਸ ਦੀ ਪ੍ਰੋੜਤਾ ਕਰਦੇ ਹਨ, ਉਸ ਦੀ ਸਪੋਰਟ ਕਰਦੇ ਹਨ ਤੇ ਸ਼ਕਤੀ ਸੰਤੁਲਨ ਖਤਮ ਹੋ ਗਿਆ ਹੈ ਇਸ ਇੱਕ ਧਰੂਵੀ ਵਿਸ਼ਵ ਵਿਵਸਥਾ ਕਾਰਨ। ਕਿਉਂਕਿ ਸ਼ਕਤੀ ਸੰਤੁਲਨ ਲਈ ਘੱਟੋ ਘੱਟ ਦੋ ਸ਼ਕਤੀਆਂ ਦਾ ਹੋਣਾ ਜ਼ਰੂਰੀ ਹੈ ਜਿਹੜੀਆਂ ਆਪਣੀਆਂ ਗਤੀਵਿਧੀਆਂ ਨਾਲ ਇੱਕ ਦੂਸਰੇ ਦੀ ਸ਼ਕਤੀ ਨੂੰ ਸੰਤੁਲਿਤ ਕਰਦੀਆਂ ਰਹਿੰਦੀਆਂ ਹਨ। ਪਰੰਤੂ ਹੁਣ ਜਦੋਂ ਇੱਕ ਧਰੂਵੀ ਵਿਸ਼ਵ ਹੈ ਤਾਂ ਕੋਈ ਵੀ ਰਾਜ ਜਾਂ ਰਾਜਾਂ ਦਾ ਸਮੂਹ ਹੈ ਜਿਹੜਾ ਅਮਰੀਕਾ ਦੀ ਸ਼ਕਤੀ ਨੂੰ ਬੈਲੈਂਸ ਕਰਨ ਵਾਲਾ, ਉਸ ਨੂੰ ਚੁਣੌਤੀ ਦੇਣ ਵਾਲਾ ਨਹੀਂ ਰਿਹਾ ਤੇ ਗੁੱਟ ਨਿਰਲੇਪ ਅੰਦੋਲਨ ਹੈ ਜਿਹੜਾ ਉਹ ਅਪ੍ਰਸੰਗਿਕ ਹੋ ਗਿਆ ਹੈ, ਇਸ ਦੀ ਕੋਈ ਰੈਲੇਵੈਂਸ ਨਹੀਂ ਰਹੀ। ਇਹ ਅੰਦੋਲਨ ਚੱਲਿਆ ਸੀ ਜਦੋਂ ਪੂਰਾ ਵਿਸ਼ਵ ਦੋ ਗਰੁੱਪਾਂ ਦੇ ਵਿੱਚ ਵੰਡਿਆ ਜਾ ਰਿਹਾ ਸੀ, ਪੱਛਮੀ ਗਰੁੱਪ ਅਤੇ ਪੂਰਬੀ ਗਰੁੱਪ। ਇਸ ਦਾ ਮੁੱਖ ਉਦੇਸ਼ ਸੀ ਕਿ ਨਵੇਂ ਆਜ਼ਾਦ ਹੋਏ ਰਾਜਾਂ ਨੂੰ, ਨਵੇਂ ਸੁਤੰਤਰ ਹੋਏ ਰਾਜਾਂ ਨੂੰ ਇਸ ਗੁੱਟਬੰਦੀ ਤੋਂ ਬਾਹਰ ਰੱਖਣਾ ਹੈ। ਹੁਣ ਜਦੋਂ ਗੁੱਟਬੰਦੀ ਟੁੱਟ ਚੁੱਕੀ ਹੈ, ਗੁੱਟਬੰਦੀ ਖਤਮ ਹੋ ਚੁੱਕੀ ਹੈ, ਤਾਂ ਇਸ ਅੰਦੋਲਨ ਦਾ ਵੀ ਕੋਈ ਰੈਲੇਵੈਂਸ ਨਹੀਂ ਰਹੀ। ਅਨੇਕਾਂ ਵਾਰੀ ਇਸ ਤਰ੍ਹਾਂ ਦੇ ਮੌਕੇ ਆਏ ਹਨ ਜਦੋਂ ਅਮਰੀਕਾ ਨੇ ਕਿਸੇ ਖੇਤਰ ਦੇ ਵਿੱਚ ਆਪਣੀ ਮਰਜ਼ੀ ਨਾਲ ਦਖਲਅੰਦਾਜ਼ੀ ਕੀਤੀ ਹੋਵੇ
ਤੇ ਜਿਹੜਾ ਗੁੱਟ ਨਿਰਪੇਖ ਅੰਦੋਲਨ ਹੈ ਇਸ ਦੇ ਮੈਂਬਰ ਮੂਕ ਦਰਸ਼ਕ ਬਣ ਕੇ ਉਸ ਨੂੰ ਵੇਖਦੇ ਰਹੇ ਹੋਣ। ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਤੇ ਪੂਰੀ ਤਰ੍ਹਾਂ ਨਾਲ ਅਮਰੀਕੀ ਪ੍ਰਭੁਤਵ ਹੈ, ਅਮਰੀਕਾ ਦਾ ਕੰਟਰੋਲ ਹੈ। ਜਿਵੇਂ ਵਿਸ਼ਵ ਬੈਂਕ, IMF, ਇਹ ਜਿਹੜੀਆਂ ਵੀ ਸੰਸਥਾਵਾਂ ਨੇ ਇਹ ਦੂਸਰੇ ਰਾਜਾਂ ਨੂੰ ਕਰਜ਼ੇ ਦਿੰਦੀਆਂ ਹਨ, ਕਮਜ਼ੋਰ ਰਾਜਾਂ ਨੂੰ, ਲੋੜਵੰਦ ਰਾਜਾਂ ਨੂੰ ਕਰਜ਼ੇ ਪ੍ਰਦਾਨ ਕਰਦੀਆਂ ਹਨ। ਇਹ ਕਰਜ਼ੇ ਕਿਵੇਂ ਪ੍ਰਦਾਨ ਕੀਤੇ ਜਾਣਗੇ, ਕਿਹੜੀਆਂ ਸ਼ਰਤਾਂ ਤੇ ਪ੍ਰਦਾਨ ਕੀਤੇ ਜਾਣਗੇ, ਕਿਸ ਰਾਜ ਨੂੰ ਦਿੱਤੇ ਜਾਣਗੇ, ਇਹ ਨੀਤੀ ਨਿਰਮਾਣ ਹੈ ਜਿਹੜਾ ਇਹ ਸੰਸਥਾਵਾਂ ਕਰਦੀਆਂ ਹਨ। ਪਰੰਤੂ ਇਹ ਨੀਤੀ ਨਿਰਮਾਣ ਪੂਰੀ ਤਰ੍ਹਾਂ USA ਦੇ ਇਸ਼ਾਰੇ ਤੇ ਹੁੰਦਾ ਹੈ। ਇਹ ਸੰਸਥਾਵਾਂ ਗਰੀਬ ਰਾਜਾਂ ਨੂੰ, ਪਛੜੇ ਹੋਏ ਰਾਜਾਂ ਨੂੰ ਕਰਜ਼ੇ ਦੇਣ ਸਮੇਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਲਾਉਂਦੀਆਂ ਹਨ ਜਿਹਦਾ ਵਿਕਸਿਤ ਰਾਜਾਂ ਨੂੰ ਲਾਭ ਹੁੰਦਾ ਹੋਵੇ, ਉਹਨਾਂ ਦੀਆਂ ਕੰਪਨੀਆਂ ਨੂੰ ਲਾਭ ਹੁੰਦਾ ਹੋਵੇ, ਵਿਸ਼ੇਸ਼ ਕਰਕੇ USA ਨੂੰ ਜਿਸ ਦਾ ਲਾਭ ਪਹੁੰਚਦਾ ਹੋਵੇ। ਇਹਨਾਂ ਸੰਸਥਾਵਾਂ ਤੋਂ ਵਿੱਤੀ ਸਹਾਇਤਾ ਲੈਣ ਲਈ ਰਾਜਾਂ ਨੂੰ ਆਪਣੀ ਟੈਕਸ ਸਿਸਟਮ ਦੇ ਵਿੱਚ ਸੋਧ ਕਰਨੀ ਪੈਂਦੀ ਹੈ, ਆਪਣੀ ਆਰਥਿਕਤਾ ਨੂੰ ਫੋਰਨ ਇਨਵੈਸਟਮੈਂਟ ਲਈ ਖੋਲ੍ਹਣਾ ਪੈਂਦਾ ਹੈ। ਆਰਥਿਕ ਸੁਧਾਰਾਂ ਦੇ ਨਾਮ ਤੇ ਕਈ ਇਸ ਤਰ੍ਹਾਂ ਦੇ ਕਦਮ ਚੁੱਕਣੇ ਪੈਂਦੇ ਹਨ ਜਿਨ੍ਹਾਂ ਨਾਲ ਉਹਨਾਂ ਦੀ ਅਰਥ ਵਿਵਸਥਾ ਵਿਕਸਿਤ ਰਾਜਾਂ ਤੇ ਨਿਰਭਰ ਹੋ ਜਾਂਦੀ ਹੈ। ਇਸ ਤਰ੍ਹਾਂ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਕਿਉਂਕਿ ਅਮਰੀਕਾ ਦੇ ਕੰਟਰੋਲ ਵਿੱਚ ਹਨ, ਇਸ ਲਈ ਉਹ ਇਸ ਤਰ੍ਹਾਂ ਬਿਹੇਵ ਕਰਦੀਆਂ ਹਨ ਕਿ ਜਿਹੜਾ ਕੋਈ ਲੋੜਵੰਦ ਰਾਜ ਪਹੁੰਚਦਾ ਹੈ ਕਰਜ਼ਾ ਲੈਣ ਲਈ ਉਸ ਨੂੰ ਉਹ ਨਿਓ ਕਲੋਨੀਅਲਿਜ਼ਮ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਉਸ ਨੂੰ ਪੱਛਮੀ ਰਾਜਾਂ ਦੇ ਉੱਪਰ ਆਸ਼ਰਿਤ ਬਣਾ ਦਿੰਦੀਆਂ ਹਨ ਉਸ ਦੀ ਇਕਨੋਮੀ ਨੂੰ। ਅਤੇ 8ਵਾਂ ਪ੍ਰਭਾਵ ਹੈ ਆਰਥਿਕ ਪੱਖ ਨੂੰ ਜ਼ਿਆਦਾ ਮਹੱਤਤਾ ਦੇਣਾ। ਦੋ ਧਰੂਵੀ ਵਿਵਸਥਾ ਦੌਰਾਨ ਰਾਜਾਂ ਨੇ ਜਿਹੜੇ ਬਹੁਤੇ ਸਾਧਨ ਨੇ ਉਹ ਸੈਨਿਕ ਸ਼ਕਤੀ ਪ੍ਰਾਪਤ ਕਰਨ ਦੇ ਵਿੱਚ ਲਗਾਏ, ਪਰੰਤੂ ਹੁਣ ਸੈਨਿਕ ਸ਼ਕਤੀ ਪ੍ਰਾਪਤ ਕਰਨ ਅਤੇ ਵੱਧ ਤੋਂ ਵੱਧ ਮਾਰੂ ਹਥਿਆਰ ਵਿਕਸਿਤ ਕਰਨ ਦੀ ਥਾਂ ਰਾਜਾਂ ਦੀ ਪਹਿਲ ਹੁੰਦੀ ਹੈ ਕਿ ਆਪਣਾ ਵੱਧ ਤੋਂ ਵੱਧ ਆਰਥਿਕ ਵਿਕਾਸ ਕੀਤਾ ਜਾਵੇ ਤਾਂ ਕਿ ਆਪਣੇ ਸਾਰੇ ਨਾਗਰਿਕਾਂ ਦੀਆਂ ਜ਼ਰੂਰਤਾਂ ਆਸਾਨੀ ਨਾਲ ਪੂਰੀਆਂ ਕੀਤੀਆਂ ਜਾ ਸਕਣ। ਇਸ ਲਈ ਅੱਜ ਜਰਮਨੀ, ਜਾਪਾਨ, ਦੱਖਣੀ ਕੋਰੀਆ ਆਦਿ ਆਰਥਿਕ ਵਿਕਾਸ ਦੇ ਖੇਤਰ ਦੇ ਵਿੱਚ ਬਹੁਤ ਅੱਗੇ ਨਿਕਲ ਗਏ ਹਨ ਕਿਉਂਕਿ ਇਹਨਾਂ ਨੇ ਆਪਣਾ ਉਦੇਸ਼ ਸੈਨਿਕ ਵਿਕਾਸ ਦੀ ਬਜਾਏ ਇਹਨਾਂ ਨੇ ਆਪਣਾ ਜਿਹੜਾ ਮੇਜਰ ਆਬਜੈਕਟਿਵ ਹੈ ਉਹ ਰੱਖਿਆ ਹੈ ਆਪਣਾ ਵੱਧ ਤੋਂ ਵੱਧ ਆਰਥਿਕ ਵਿਕਾਸ ਕਰਨਾ। ਹੁਣ ਉਹ ਸੈਨਿਕ ਗਠਬੰਧਨਾਂ ਦੀ ਥਾਂ ਤੇ ਆਰਥਿਕ ਗਠਬੰਧਨ ਹੋ ਰਹੇ ਹਨ, ਆਰਥਿਕ ਏਕੀਕਰਨ ਹੋ ਰਹੇ ਹਨ ਜਿਸ ਨਾਲ ਅੰਤਰਰਾਸ਼ਟਰੀ ਵਪਾਰ ਵਿੱਚ ਵਾਧਾ ਹੁੰਦਾ ਹੈ ਅਤੇ ਜਿਹੜੇ ਕਿਸੇ ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਸਮਝੌਤੇ ਦੇ ਮੈਂਬਰ ਹੁੰਦੇ ਹਨ ਰਾਜ, ਉਹਨਾਂ ਦੀ ਆਰਥਿਕਤਾ ਵੀ ਮਜ਼ਬੂਤ ਹੁੰਦੀ ਹੈ। ਇਸ ਲਈ ਇਸ ਤਰ੍ਹਾਂ ਦੇ ਅਨੇਕਾਂ ਸਮਝੌਤੇ ਹੋ ਚੁੱਕੇ ਹਨ, ਅਨੇਕਾਂ ਸੰਸਥਾਵਾਂ ਬਣ ਚੁੱਕੀਆਂ ਹਨ ਜਿਵੇਂ ਨਾਫਟਾ, OPEC, ASEAN, G15, ਇਸ ਅਨੇਕਾਂ ਯੂਰਪੀਅਨ ਯੂਨੀਅਨ, ਇਸ ਤਰ੍ਹਾਂ ਦੇ ਅਨੇਕਾਂ ਆਰਥਿਕ ਗਠਬੰਧਨ ਅੱਜ ਬਣ ਚੁੱਕੇ ਹਨ। ਅਮਰੀਕਾ ਇੱਕ ਥਾਣੇਦਾਰ ਦੇ ਰੂਪ ਦੇ ਵਿੱਚ ਭੂਮਿਕਾ ਨਿਭਾ ਰਿਹਾ ਹੈ ਇਸ ਸਮੇਂ ਦੌਰਾਨ ਕਿਉਂਕਿ ਅਮਰੀਕਾ ਹੀ ਇਕੱਲਾ ਸੁਪਰ ਪਾਵਰ ਹੈ। ਇਸ ਲਈ ਅਕਸਰ ਕਿਹਾ ਜਾਂਦਾ ਹੈ ਕਿ ਅਮਰੀਕਾ ਦੁਨੀਆ ਦਾ ਥਾਣੇਦਾਰ ਹੈ। ਇਸ ਦਾ ਭਾਵ ਹੈ ਕਿ ਵਿਸ਼ਵ ਦੇ ਵਿੱਚ ਕੋਈ ਵੀ ਮਸਲਾ ਹੋਵੇ ਅਮਰੀਕਾ ਜਾ ਕੇ ਉੱਥੇ ਆਪਣੀ ਇੰਟਰਵੈਂਸ਼ਨ ਕਰਦਾ ਹੈ ਅਤੇ ਉਸ ਮਸਲੇ ਦਾ ਹੱਲ ਆਪਣੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਹੁੰਦਾ ਵੀ ਇਹੀ ਹੈ। ਜਿਸ ਤਰ੍ਹਾਂ ਅਮਰੀਕਾ ਕਿਸੇ ਮਸਲੇ ਦਾ ਹੱਲ ਕਰਨਾ ਚਾਹੁੰਦਾ ਹੈ ਉਸ ਮਸਲੇ ਦਾ ਹੱਲ ਉਸੇ ਤਰ੍ਹਾਂ ਹੀ ਕੱਢਿਆ ਜਾਂਦਾ ਹੈ। ਅਖੀਰ ਤੇ ਭਾਰਤ ਇਰਾਨ ਦੇ ਵਿਚਕਾਰ ਗੈਸ ਪਾਈਪਲਾਈਨ ਦੀ ਸੰਧੀ ਨੂੰ ਰੁਕਵਾਉਣ ਦਾ ਯਤਨ ਕੀਤਾ ਅਮਰੀਕਾ ਨੇ। ਦੱਖਣੀ ਅਮਰੀਕਾ ਦੇ ਰਾਜਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ। ਸੋਮਾਲੀਆ, ਹਰਜ਼ੋਗੋਵੀਨਾ, ਬੋਸਨੀਆ ਦੇ ਸੰਕਟ ਦੇ ਵਿੱਚ ਦਖਲਅੰਦਾਜ਼ੀ ਕੀਤੀ। ਇਰਾਕ ਕੋਲ ਵੈਪਨਸ ਆਫ ਮਾਸ ਡਿਸਟ੍ਰਕਸ਼ਨ ਹੋਣ ਦਾ ਉਸ ਤੇ ਇਲਜ਼ਾਮ ਲਗਾ ਕੇ ਉਸ ਦੇ ਵਿਰੁੱਧ ਸੈਨਿਕ ਕਾਰਵਾਈ ਕੀਤੀ। ਅਫਗਾਨਿਸਤਾਨ ਦੇ ਵਿੱਚ ਅੱਤਵਾਦੀਆਂ ਦੇ ਲੋਕੇ ਹੋਣ ਦੇ ਨਾਮ ਤੇ ਉੱਥੇ ਸੈਨਿਕ ਕਾਰਵਾਈ ਕੀਤੀ। ਸਦਾਮ ਹੁਸੈਨ ਨੂੰ ਉੱਥੋਂ ਦੀ ਸਰਕਾਰ ਦੁਆਰਾ, ਆਪਣੀ ਕਠਪੁਤਲੀ ਸਰਕਾਰ ਦੁਆਰਾ ਫਾਂਸੀ ਦਵਾਈ। ਇਹ ਸਿਰਫ ਕੁਝ ਉਦਾਹਰਨਾਂ ਹਨ, ਇਸ ਤਰ੍ਹਾਂ ਦੇ ਹੋਰ ਅਨੇਕਾਂ ਮੌਕੇ ਆਏ ਹਨ ਜਦੋਂ ਅਮਰੀਕਾ ਨੇ ਆਪਣੀ ਜਿੱਦ ਪੁਗਾਉਣ ਲਈ ਅੰਤਰਰਾਸ਼ਟਰੀ ਪੱਧਰ ਤੇ ਉਹ ਫੈਸਲਾ ਲਾਗੂ ਕੀਤਾ ਹੈ ਜਾਂ ਉਹ ਫੈਸਲਾ ਲਾਗੂ ਕਰਵਾਇਆ ਹੈ ਜਿਹੜਾ ਅਮਰੀਕਾ ਚਾਹੁੰਦਾ ਹੈ। ਇਸੇ ਕਰਕੇ ਅਮਰੀਕਾ ਨੂੰ ਦੁਨੀਆ ਦਾ ਥਾਣੇਦਾਰ ਕਿਹਾ ਜਾਂਦਾ ਹੈ। ਪਰਮਾਣੂ ਪ੍ਰਸਾਰ ਦੇ ਵਿਸ਼ੇ ਤੇ ਚਿੰਤਾ ਜ਼ਾਹਿਰ ਕਰ ਰਿਹਾ ਹੈ। ਅਮਰੀਕਾ ਕੋਲ ਬੇਸ਼ੱਕ ਆਪ ਪਰਮਾਣੂ ਹਥਿਆਰਾਂ ਦਾ ਸਭ ਤੋਂ ਵੱਡਾ ਜ਼ਖੀਰਾ ਹੈ, ਪਰੰਤੂ ਦੂਸਰੇ ਰਾਜਾਂ ਦਾ ਜਿਹੜਾ ਪਰਮਾਣੂ ਪ੍ਰੋਗਰਾਮ ਹੈ ਉਸ ਨੂੰ ਅਮਰੀਕਾ ਹਮੇਸ਼ਾ ਸ਼ੱਕ ਦੀ ਨਿਗਾਹ ਨਾਲ ਵੇਖਦਾ ਹੈ। ਭਾਰਤ, ਪਾਕਿਸਤਾਨ, ਉੱਤਰੀ ਕੋਰੀਆ, ਇਰਾਨ, ਇਜ਼ਰਾਈਲ ਇਹਨਾਂ ਵਰਗੇ ਰਾਜਾਂ ਦੇ ਪਰਮਾਣੂ ਪ੍ਰੋਗਰਾਮਾਂ ਸੰਬੰਧੀ ਅਮਰੀਕਾ ਅਕਸਰ ਇਹ ਮੰਗ ਕਰਦਾ ਰਹਿੰਦਾ ਹੈ ਕਿ ਇਹਨਾਂ ਦਾ ਅੰਤਰਰਾਸ਼ਟਰੀ ਨਿਰੀਖਣ ਹੋਣਾ ਚਾਹੀਦਾ ਹੈ ਕਿ ਆਪਣਾ ਪਰਮਾਣੂ ਪ੍ਰੋਗਰਾਮ ਸ਼ਾਂਤੀਪੂਰਵਕ ਪਰਮਾਣੂ ਸ਼ਕਤੀ ਦੀ ਵਰਤੋਂ ਕਰਨ ਲਈ ਚਲਾ ਰਹੇ ਹਨ ਜਾਂ ਉਸ ਪ੍ਰੋਗਰਾਮ ਨੂੰ ਇਹ ਐਟੋਮਿਕ ਵੈਪਨ ਬਣਾਉਣ ਲਈ ਚਲਾ ਰਹੇ ਹਨ। ਜੇਕਰ ਕੋਈ ਰਾਜ ਅਮਰੀਕਾ ਦੀਆਂ ਇਸ ਤਰ੍ਹਾਂ ਦੀਆਂ ਮੰਗਾਂ ਦੀ ਵਿਰੋਧਤਾ ਕਰਦਾ ਹੈ ਤਾਂ ਉਸ ਨੂੰ ਡਰਾਇਆ ਜਾਂਦਾ ਹੈ ਕਿ ਉਸ ਦੇ ਵਿਰੁੱਧ ਅੰਤਰਰਾਸ਼ਟਰੀ ਪ੍ਰਤੀਬੰਧ ਲਗਾਏ ਜਾਣਗੇ। ਭਾਰਤ ਵਿਰੁੱਧ ਜਦੋਂ ਭਾਰਤ ਨੇ 1998 ਦੇ ਵਿੱਚ ਐਟੋਮਿਕ ਪਰੀਖਣ ਕੀਤੇ ਪੋਖਰਨ ਦੇ ਵਿੱਚ, ਤਾਂ ਭਾਰਤ ਵਿਰੁੱਧ ਵੀ
ਆਰਥਿਕ ਪਾਬੰਦੀਆਂ ਅਮਰੀਕਾ ਨੇ ਲਗਾਈਆਂ ਸੀ ਅਤੇ ਹੋਰ ਰਾਜਾਂ ਨੂੰ ਵੀ ਕੰਪੈਲ ਕੀਤਾ ਸੀ ਕਿ ਮੇਰੀ ਰਾਹ ਤੇ ਚੱਲਦੇ ਹੋਏ ਤੁਸੀਂ ਵੀ ਆਰਥਿਕ ਪਾਬੰਦੀਆਂ ਲਗਾਓ। ਅਮਰੀਕਾ ਹਰ ਖੇਤਰ ਦੇ ਵਿੱਚ ਜਿੱਥੇ ਵੀ ਉਸ ਨੂੰ ਲੱਗਦਾ ਹੈ ਕਿ ਇੰਟਰਵੈਂਸ਼ਨ ਕਰਕੇ ਕੋਈ ਲਾਭ ਪ੍ਰਾਪਤ ਹੋ ਸਕਦਾ ਹੈ, ਆਪਣੀ ਚੌਧਰ ਦਿਖਾਈ ਜਾ ਸਕਦੀ ਹੈ, ਉੱਥੇ ਇੰਟਰਵੈਂਸ਼ਨ ਕਰਦਾ ਹੈ। ਇਸ ਦੀਆਂ ਦੋ ਤਾਜ਼ਾ ਉਦਾਹਰਨਾਂ ਹਨ, ਇਰਾਕ ਦੇ ਵਿੱਚ ਅਤੇ ਅਫਗਾਨਿਸਤਾਨ ਦੇ ਵਿੱਚ। ਇੱਕ ਧਰੂਵੀ ਵਿਵਸਥਾ ਹੋਣ ਕਾਰਨ ਕੋਈ ਵੀ ਰਾਜ ਅਮਰੀਕਾ ਦੇ ਕਿਸੇ ਫੈਸਲੇ ਨੂੰ ਉਲਟਾਉਣ ਦੀ ਸਥਿਤੀ ਵਿੱਚ ਨਹੀਂ ਹੈ। ਕਈ ਵਾਰੀ ਤਾਂ ਅਮਰੀਕਾ ਨੇ ਪੂਰੇ ਵਰਲਡ ਦਾ ਪਬਲਿਕ ਓਪੀਨੀਅਨ ਉਸ ਦੇ ਅਗੇਂਸਟ ਹੋਣ ਦੇ ਬਾਵਜੂਦ, ਸੰਯੁਕਤ ਰਾਸ਼ਟਰ ਦੇ ਵਿਰੋਧ ਦੇ ਬਾਵਜੂਦ ਵੀ ਇਸ ਤਰ੍ਹਾਂ ਦੇ ਕੰਮ ਕੀਤੇ ਹਨ। 2003 ਵਿੱਚ ਸੰਯੁਕਤ ਰਾਸ਼ਟਰ ਨੇ ਅਸਹਿਮਤੀ ਪ੍ਰਗਟ ਕੀਤੀ ਇਰਾਕ ਦੇ ਖਿਲਾਫ ਸੈਨਿਕ ਕਾਰਵਾਈ ਕਰਨ ਦੀ, ਪਰੰਤੂ ਅਮਰੀਕਾ ਲਗਾਤਾਰ ਇਹ ਇਲਜ਼ਾਮ ਲਗਾਉਂਦਾ ਰਿਹਾ ਕਿ ਇਰਾਕ ਕੋਲ ਭਿਆਨਕ ਤਬਾਹੀ ਕਰਨ ਵਾਲੇ ਹਥਿਆਰ ਹਨ ਅਤੇ ਇਹ ਇਲਜ਼ਾਮ ਲਾ ਕੇ ਅਮਰੀਕਾ ਨੇ ਆਪ ਹੀ ਨਾਟੋ ਦੀਆਂ ਸੈਨਾਵਾਂ ਦੇ ਨਾਲ ਇਰਾਕ ਦੇ ਵਿੱਚ ਸੈਨਿਕ ਕਾਰਵਾਈ ਕੀਤੀ, ਜਦਕਿ ਇਰਾਕ ਦੇ ਵਿੱਚੋਂ ਫਿਰ ਵੀ ਇਸ ਤਰ੍ਹਾਂ ਦਾ ਕੋਈ ਕੁਝ ਬਰਾਮਦ ਨਹੀਂ ਹੋਇਆ ਜਿਸ ਤੋਂ ਇਹ ਸਿੱਧ ਹੁੰਦਾ ਹੋਵੇ ਕਿ ਇਰਾਕ ਕੋਲ ਇਸ ਤਰ੍ਹਾਂ ਦੇ ਹਥਿਆਰ ਸਨ ਜਿਨ੍ਹਾਂ ਦਾ ਇਲਜ਼ਾਮ ਅਮਰੀਕਾ ਲਗਾ ਰਿਹਾ ਸੀ। 2001 ਦੇ ਵਿੱਚ ਅਲ-ਕਾਇਦਾ ਦੇ ਨੈਟਵਰਕ ਨੂੰ ਖਤਮ ਕਰਨ ਦੇ ਬਹਾਨੇ ਅਫਗਾਨਿਸਤਾਨ ਦੇ ਵਿੱਚ ਕਾਰਵਾਈ ਕੀਤੀ। ਇਸ ਤਰ੍ਹਾਂ ਅਮਰੀਕਾ ਇੱਕ ਧਰੂਵੀ ਦੁਨੀਆ ਦੇ ਵਿੱਚ ਦੁਨੀਆ ਦਾ ਥਾਣੇਦਾਰ ਬਣਿਆ ਹੋਇਆ ਹੈ, ਸਭ ਤੋਂ ਵੱਡੀ ਸ਼ਕਤੀ ਦੇ ਤੌਰ ਤੇ ਇਮਰਜ ਹੋਇਆ ਹੈ, ਸੈਨਿਕ ਖੇਤਰ ਵਿੱਚ, ਆਰਥਿਕ ਖੇਤਰ ਦੇ ਵਿੱਚ, ਰਾਜਨੀਤਿਕ ਖੇਤਰ ਦੇ ਵਿੱਚ, ਪ੍ਰਭਾਵ ਦੇ ਖੇਤਰ ਦੇ ਵਿੱਚ, ਅਤੇ ਦੁਨੀਆ ਦਾ ਕੋਈ ਹੋਰ ਰਾਜ ਇਸ ਸਮੇਂ ਇਸ ਪੋਜੀਸ਼ਨ ਦੇ ਵਿੱਚ ਨਹੀਂ ਹੈ ਕਿ ਅਮਰੀਕਾ ਦੇ ਕਿਸੇ ਫੈਸਲੇ ਨੂੰ ਚੈਲੰਜ ਕਰ ਸਕੇ। ਇਸ ਤਰ੍ਹਾਂ ਜਿਹੜਾ ਮੌਜੂਦਾ ਵਿਸ਼ਵ ਹੈ ਉਹ ਪੂਰੀ ਤਰ੍ਹਾਂ ਨਾਲ ਇੱਕ ਧਰੂਵੀ ਵਿਸ਼ਵ ਬਣਿਆ ਹੋਇਆ ਹੈ, ਯੂਨੀਪੋਲਰ ਵਰਲਡ ਬਣਿਆ ਹੋਇਆ ਹੈ, ਜਿਸ ਵਿੱਚ ਸ਼ਕਤੀ ਦਾ ਇੱਕੋ ਇੱਕ ਧਰੁਵ ਅਮਰੀਕਾ ਹੈ, ਸੋਲ ਪਾਵਰ ਇੱਕੋ ਹੈ ਅਮਰੀਕਾ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।